ਲੜੀਵਾਰ ਕਥਾ ਕਬੀਰ ਜੀ ਦੇ ਸ਼ਬਦ ਆਪਾਂ ਵਿਚਾਰ ਰਹੇ 793 ਅੰਗ ਤੇ। ਕਬੀਰ ਜੀ ਮਹਾਰਾਜ ਜੀ ਦੇ 4 ਸ਼ਬਦ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਪੰਜਵਾਂ ਸ਼ਬਦ ਕਬੀਰ ਜੀ ਦਾ ਜੋ ਰਾਗ ਸੂਹੀ ਦਾ ਅਖੀਰਲਾ ਸ਼ਬਦ ਹੈ ਕਬੀਰ ਜੀ ਦਾ। ਅੱਗੇ ਭਗਤ ਰਵਿਦਾਸ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ। ਸੂਹੀ ਲਲਿਤ ਰਾਗ ਹੈ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਬਚਨ ਹਨ। ਕਹਿੰਦੇ ਕਿਲਾ ਇੱਕ ਹੈ ਆ ਸਰੀਰ, ਏਕ ਕੋਟ, ਕਿਲਾ ਤਾਂ ਇੱਕੋ ਹੀ ਹੈ ਨਾ। ਪੰਜ ਸਿਕਦਾਰਾ, ਇਸ ਇੱਕ ਕਿਲੇ ਦੇ 5 ਸਰਦਾਰ ਨੇ, ਮਾਲਕ 5 ਬਣੇ ਹੋਏ ਨੇ। ਉਹ 5 ਮਾਲਕ ਕਿਹੜੇ ਨੇ ਬਣੇ ਹੋਏ ਦੇ? ਅਸਲੀ ਮਾਲਕ ਨੂੰ ਤਾਂ ਇਹ ਪਾਸੇ ਕਰੀ ਬੈਠਿਆ, ਚੱਲ ਪਿੱਛੇ ਹਟ। ਆਪ ਇਹ 5 ਚੌਧਰੀ ਬਣੇ ਹੋਏ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ 5 ਹੀ। ਤੇ ਪੰਚੇ ਮੰਗੈ ਹਾਲਾ, 5 ਹੀ ਮੇਰੇ ਕੋਲ ਹਾਲਾ ਕਹੀਏ ਟੈਕਸ ਮੰਗਦੇ ਆ, ਕਰ ਮੰਗਦੇ ਆ। ਕਹਿੰਦੇ ਸਾਡੇ ਕਿਲੇ 'ਚ ਰਹੀ ਨਾ, ਲਿਆ ਟੈਕਸ। ਸਾਡੀ ਪੈਲੀ ਵਾਹੁਣਾ, ਸਾਡੇ ਖੇਤਾਂ 'ਚ ਹਲ ਵਾਹੁਣਾ, ਲਿਆ ਇਹਦਾ ਹਾਲਾ ਭਰ। 5 ਹੀ ਆਪਣਾ ਆਪਣਾ ਹਾਲਾ ਭਰਵਾਉਂਦੇ ਆ। ਕਦੇ ਕਾਮ, ਉਹ ਖਿੱਚ ਲੈਂਦਾ ਮਨ ਨੂੰ। ਕਦੇ ਕ੍ਰੋਧ ਖਿੱਚੀ ਫਿਰਦਾ, ਲਿਆਓ ਮੇਰਾ ਟੈਕਸ ਵੀ ਭਰ, ਮੇਰੇ ਨਾਲ ਚੱਲ। ਕਦੇ ਲੋਭ, ਕਦੇ ਮੋਹ, ਕਦੇ ਹੰਕਾਰ, 5 ਹੀ ਹਾਲਾ ਮੰਗਦੇ ਹਨ। ਜਿਮੀ ਨਹੀਂ ਮੈਂ ਕਿਸੀ ਕੀ ਬੋਈ, ਐਸਾ ਦਿਨ ਦੁਖਾਲਾ। ਕਹਿੰਦੇ ਮੈਂ ਆਪਣੀ ਭੂਮੀ 'ਚ ਰਹਿਣਾ, ਆਪਣੀ ਜ਼ਮੀਨ 'ਚ ਰਹਿਣਾ। ਇਹਨਾਂ 5 ਵਿੱਚੋਂ ਕਿਸੇ ਦੀ ਜ਼ਮੀਨ ਨਹੀਂ ਮੈਂ ਬੋਈ। ਟੈਕਸ ਤਾਂ ਮੰਗਣ ਨਾ ਵੀ ਜੇ ਇਹਨਾਂ 5 ਦੀ ਜ਼ਮੀਨ ਕਿਤੇ ਮੈਂ ਬੋਈ ਹੈ, ਉਹ ਮੈਂ ਬੋਈ ਨਹੀਂ। ਟੈਕਸ ਧੱਕੇ ਨਾਲ ਮੰਗਦੇ ਆ, ਮੇਰੇ ਕੋਲੋਂ ਖਿੱਚੀ ਫਿਰਦੇ ਆ ਮੈਨੂੰ। ਮੈਂ ਇੱਛਾ ਨਹੀਂ ਸੀ ਕੀਤੀ ਨਾ ਕਾਮ ਦੀ। ਕਦੇ ਕੋਈ ਸੋਚਿਆ ਵੀ ਮੈਂ ਕਾਮੀ ਹੋਵਾਂ? ਕਦੇ ਨਹੀਂ ਮੈਂ ਸੋਚਿਆ ਕ੍ਰੋਧੀ ਹੋਵਾਂ, ਮੈਂ ਕਦੇ ਨਹੀਂ ਸੋਚਿਆ ਲੋਭੀ ਹੋਵਾਂ। ਮੈਂ ਤਾਂ ਇਹਨਾਂ ਦੀ ਜ਼ਮੀਨ ਲੈ ਕੇ ਹੀ ਨਹੀਂ ਰਾਜੀ। ਮੈਂ ਤਾਂ ਅਰਦਾਸਾਂ ਕਰਨਾ, ਵਾਹਿਗੁਰੂ ਇਹਨਾਂ ਤੋਂ ਬਚਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਮੈਂ ਤਾਂ ਇਹਨਾਂ ਦੀ ਵੱਟ ਨਹੀਂ ਲੰਘਦਾ, ਇਹਨਾਂ ਵਿਕਾਰਾਂ ਦੀ ਜ਼ਮੀਨ ਦੇ। ਜ਼ਮੀਨ ਮੈਂ ਇਹਨਾਂ ਵਿੱਚੋਂ ਕਿਸੇ ਦੀ ਨਹੀਂ ਬੋਈ। ਇਹ ਆਪ ਹੀ ਧੱਕੇ ਨਾਲ ਖਿੱਚੀ ਫਿਰਦੇ ਆਪਣੀ ਪੈਲੀ 'ਚ ਮੈਨੂੰ। ਕਦੇ ਕਾਮ ਖਿੱਚ ਕੇ ਲੈ ਜਾਂਦਾ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ। ਅੱਗੋਂ ਇਹਨਾਂ ਦੇ ਹੋਰ ਏਜੰਟ ਨੇ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ। ਉਹ ਅੱਗੇ ਹੋਰ, ਉਹ ਵੀ ਨਾਲ ਖਿੱਚੀ ਫਿਰਦੇ ਆ ਮੈਨੂੰ। ਇਹੋ ਜਿਹਾ ਦੁੱਖ ਦਿੰਦੇ ਨੇ, ਐਸਾ ਦਿਨ ਦੁਖਾਲਾ। ਇਹ ਦੁੱਖ ਦਿੰਦੇ ਆ ਸਾਨੂੰ ਇਹੋ ਜਿਹਾ। ਮੈਂ ਜ਼ਮੀਨ ਬੋਈ ਵੀ ਨਹੀਂ ਇਹਨਾਂ ਦੀ, ਧੱਕੇ ਨਾਲ ਆਪਣੀ ਪੈਲੀ 'ਚ ਖਿੱਚ ਕੇ ਲਿਜਾਂਦੇ ਆ। ਧੱਕੇ ਨਾਲ ਆਪਣੇ ਖੇਤ ਵਾਲੇ ਪਾਸੇ। ਕਦੇ ਮਨ, ਕੋਈ ਵੀ ਇਨਸਾਨ ਆ, ਕਦੇ ਨਹੀਂ ਚਾਹੁੰਦਾ ਵੀ ਮੈਂ ਕਿਸੇ ਪਰ ਇਸਤਰੀ ਰੂਪ ਨੂੰ ਵੇਖ ਕੇ ਕਾਮੀ ਹੋਵਾਂ। ਕਾਮ ਹੀ ਖਿੱਚ ਕੇ ਲੈ ਕੇ ਜਾਂਦਾ ਨਾ। ਕਦੇ ਨਹੀਂ ਕਹਿੰਦਾ ਮਨੁੱਖ ਵੀ ਮੈਂ ਕ੍ਰੋਧੀ ਹੋਵਾਂ। ਬਦੋਬਦੀ ਕ੍ਰੋਧ ਖਿੱਚ ਕੇ ਲੈ ਜਾਂਦਾ ਮਨ ਨੂੰ, ਬਦੋਬਦੀ ਲੋਭ ਲੈ ਜਾਂਦਾ ਹੈ। ਜਿਹੜਾ ਲਾਲਚੀ ਮਨੁੱਖ ਲੋਭੀ ਹੈ, ਰਿਸ਼ਵਤ ਲੈਣ ਦੀ ਇੱਛਾ ਰੱਖਣ ਵਾਲਾ, ਉਹਨੂੰ ਪਤਾ ਹੈ ਮਾੜੀ ਹੈ, ਪਰ ਫਿਰ ਉਹ ਲੋਭ ਖਿੱਚ ਕੇ ਲੈ ਜਾਂਦਾ ਉਹਨੂੰ, ਉਸ ਪਾਸੇ ਉਹ ਕਰ ਲੈਂਦਾ ਇਹ ਕੰਮ। ਇਹਨਾਂ 5 ਵਿਕਾਰਾਂ ਵਿੱਚੋਂ ਮੈਂ ਜ਼ਮੀਨ ਕਿਸੇ ਦੀ ਨਹੀਂ ਬੋਈ, ਪਰ ਫਿਰ ਵੀ ਇਹ ਮੈਨੂੰ ਦੁੱਖ ਦਿੰਦੇ ਆ, ਖਿੱਚ ਕੇ ਲਿਜਾਂਦੇ ਹਨ। ਹਰ ਕੇ ਲੋਗਾ ਮੋਕੋ ਨੀਤ ਦਸੈ ਪਟਵਾਰੀ। ਏ ਹਰੀ ਕੇ ਲੋਕੋ, ਰੱਬ ਦੇ ਪਿਆਰਿਓ, ਮਹਾਂਪੁਰਸ਼ੋ, ਸਾਧੂਓ, ਮੇਰੀ ਪੁਕਾਰ ਸੁਣੋ।
ਆ ਪਟਵਾਰੀ ਰੋਜ਼ ਹੀ ਆਇਆ ਰਹਿੰਦਾ ਟੈਕਸ ਲੈਣ ਵਾਸਤੇ। ਉਹ ਇੰਨੀ ਜ਼ਮੀਨ ਦਾ ਇੰਨਾ ਕਰ। ਪੁਰਾਣੇ ਸਮਿਆਂ ਵਿੱਚ ਆ ਹੁਣ ਤਾਂ ਹੀ ਮਾਮਲਾ ਲੱਗਦਾ ਰਿਹਾ ਖੇਤਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ, ਕੁਝ ਸਮਾਂ ਪਹਿਲਾਂ ਹੀ ਉਹ ਮਾਮਲੇ ਖਤਮ ਹੋਏ ਆ। ਤਾਂ ਹੁਣ ਤੱਕ ਜ਼ਮੀਨਾਂ ਦੇ ਫਿਰ ਉਹ ਪਿੰਡਾਂ ਵਿੱਚ ਚੁੱਲ੍ਹਿਆਂ ਦੇ ਟੈਕਸ, ਜ਼ਮੀਨਾਂ ਦੇ ਉਹ ਮਾਮਲੇ ਲਏ ਜਾਂਦੇ ਸੀ। ਨੰਬਰਦਾਰ ਹੁੰਦੇ ਸੀ ਪਿੰਡਾਂ ਦੇ, ਉਹ ਜਾ ਕੇ ਮਾਮਲਾ ਇਕੱਠਾ ਕਰਿਆ ਕਰਦੇ। ਉਹ ਫਿਰ ਜਰੀਬ ਲੈ ਕੇ ਪਟਵਾਰੀ ਨੇ ਜਾਣਾ, ਉਹਨੇ ਖੇਤ ਮੁੰਨਣੇ ਪੁਰਾਣੇ ਸਮਿਆਂ 'ਚ। ਉਹਨੇ ਵੇਖਣਾ ਇਹਦੇ ਇੰਨੇ ਖੇਤ ਨੇ, ਇਹਦਾ ਇੰਨਾ ਟੈਕਸ ਬਣਦਾ ਸਰਕਾਰ ਦੇ ਵਿੱਚ, ਇੰਨਾ ਖਜ਼ਾਨੇ ਵਿੱਚ ਇੰਨਾ ਪਾਵੇ। ਕਹਿੰਦੇ ਉਹ ਬੜਾ ਪਟਵਾਰੀ ਹੈ ਨਾ ਧਰਮ ਰਾਏ, ਉਹ ਮੈਨੂੰ ਨਿੱਤ ਦੱਸਦਾ, ਉਹ ਰਿੱਤ ਦਾ ਹਿਸਾਬ ਕਿਤਾਬ ਲੈਂਦਾ ਮੇਰਾ। ਇਹ ਹਰੀ ਦੇ ਲੋਕੋ, ਉਹ ਨਿੱਤ ਦੱਸਦਾ, ਯਾਨੀ ਕਿ ਰੋਜ਼ ਸਿਰ ਦੇ ਉੱਤੇ ਬੈਠਾ ਲੇਖਾ ਲੈਂਦਾ। ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨਹੁ ਲਿਆ ਉਬਾਰੇ। ਧਰਮ ਰਾਜੇ ਰੂਪੀ ਉਸ ਪਟਵਾਰੀ ਦੇ ਲੇਖੇ ਜੋਖੇ ਤੋਂ ਬਚਣ ਲਈ ਮੈਂ ਬਾਹਾਂ ਤਾਂ ਕਰਕੇ ਉੱਚੀਆਂ ਕਰਕੇ, ਹੇ ਰੱਬ ਜੀ ਆਪਣੇ ਗੁਰੂ ਕੋਲ ਪੁਕਾਰ ਕੀਤੀ, ਇਹ ਮੇਰੇ ਸਤਿਗੁਰੂ ਜੀ ਰੱਖ ਲਓ, ਇਸ ਲੇਖੇ ਤੋਂ ਬਚਾ ਲਓ, ਇਸ ਲੇਖੇ ਨਾਲ ਮੈਂ ਛੁੱਟਣਾ ਨਹੀਂ। ਲੇਖਾ ਕਤਹਿ ਨਾ ਛੂਟਿਆ ਖਿਨ ਖਿਨ ਭੁੱਲਣ ਹਾਰ। ਮੈਂ ਬੇਨਤੀਆਂ ਕੀਤੀਆਂ, ਪੁਕਾਰਾਂ ਕੀਤੀਆਂ, ਦਾਤਾ ਜੀ ਗੁਰੂ ਜੀ ਮੈਂ ਇਸ ਲੇਖੇ ਤੋਂ, ਇਹ ਪਟਵਾਰੀ ਦੇ ਲੇਖੇ ਤੋਂ ਬਚਣਾ ਨਹੀਂ, ਤੁਸੀਂ ਕਿਰਪਾ ਕਰੋ, ਦਇਆ ਕਰੋ। ਕਹਿੰਦੇ ਜਦੋਂ ਪੁਕਾਰ ਕੀਤੀ ਤੇ ਮੇਰੇ ਗੁਰੂ ਨੇ ਮੈਨੂੰ ਇਸ ਲੇਖੇ ਤੋਂ ਉਭਾਰ ਲਿਆ। ਤਿਨਹੁ ਲਿਆ ਉਭਾਰੀ, ਤਿਸ ਨੇ ਗੁਰੂ ਨੇ ਮੈਨੂੰ ਉਭਾਰ ਲਿਆ, ਰੱਖ ਲਿਆ, ਬਚਾ ਲਿਆ। ਜਦੋਂ ਮੈਂ ਆਪਣੇ ਗੁਰੂ ਅੱਗੇ ਬਾਹਾਂ ਉੱਚੀਆਂ ਕਰਕੇ ਹੱਥ ਜੋੜ ਕੇ ਪੁਕਾਰ ਕੀਤੀ। ਰਹਾਉ ਨੋ ਡਾਡੀ 10 ਮੁਸਬ ਤਾਵੈ, ਰਈਅਤ ਬਸਨ ਨਾ ਦੇਹੀ। 9 ਡਾਡੀ ਡੰਡੇ ਲੈ ਕੇ ਨਾਲ ਚੱਲਣ ਵਾਲੇ, ਪੁਰਾਣੇ ਸਮੇਂ 'ਚ ਪਟਵਾਰੀ ਆਉਂਦੇ, ਉਹਨਾਂ ਦੇ ਨਾਲ ਬਕਾਇਦਾ ਡੰਡੇ ਲੈ ਕੇ ਸਿਪਾਹੀ ਆਉਂਦੇ ਸਨ। 10 ਉਹਨਾਂ ਦੇ ਮੁਨਸਫ ਨੌਕਰ ਆਉਂਦੇ ਨਾਲ, ਪੂਰਾ ਕਾਫਲਾ ਲੈ ਕੇ ਆਉਂਦਾ ਸੀ ਜਦੋਂ ਮਿਣਤੀ ਕਰਦਾ ਸੀ। ਕਹਿੰਦੇ ਮੇਰੇ ਵੀ 9 ਡਾਡੀ ਨੇ, 9 ਡਾਡੀ ਸਰੀਰ ਦੀਆਂ 9 ਗੋਲਕਾਂ, 9 ਛੇਕ, ਇਹ 9 ਡਾਡੀ ਨੇ, ਯਾਰੀ ਕਿ ਨਾਲ ਡੰਡੇ ਲੈ ਕੇ ਆਏ ਹੋਏ ਨੇ। ਪਹਿਰੇਦਾਰ, ਚੌਂਕੀਦਾਰ ਨਹੀਂ ਹੁੰਦੇ ਪਿੰਡਾਂ ਦੇ, ਚੌਂਕੀਦਾਰ ਸੱਦੇ ਜਾਂਦੇ ਆ ਨਾ ਜਦੋਂ ਪਟਵਾਰੀ ਆਉਂਦਾ ਤੇ ਮਿਣਤੀ। ਹੁਣ ਵੀ ਇਹ ਮਰਿਆਦਾ ਹੈ, ਚੌਂਕੀਦਾਰ ਵੀ ਸੱਦਦੇ ਆ ਵੀ ਉਹਦੇ ਵੀ ਸਾਈਨ ਕਰਾਓ। ਕਹਿੰਦੇ ਉਹ ਆਏ ਨੇ। ਫਿਰ 10 ਮੁਨਸਫ, 5 ਗਿਆਨ ਇੰਦਰੇ ਤੇ 5 ਕਰਮ ਇੰਦਰੇ। ਇਹ ਮੁਨਸਫ ਨੇ, ਨੌਕਰ ਨੇ, ਨਾਲ ਇਹ ਵੀ ਭੱਜੇ ਫਿਰਦੇ ਆ। ਕਦੇ ਅੱਖਾਂ ਮਾੜਾ ਰੂਪ ਵੇਖਦੀਆਂ, ਕਦੇ ਕੰਨ ਮਾੜਾ ਸੁਣਦੇ ਆ, ਕਦੇ ਜ਼ੁਬਾਨ, ਕਦੇ ਹੱਥ, ਕਦੇ ਇਹ ਇੰਦਰੇ ਵੀ ਮਾੜੇ ਪਾਸੇ ਲੱਗੇ ਹੋਏ, ਇਹ ਵੀ ਭੱਜੇ ਫਿਰਦੇ ਆ। ਰਈਅਤ ਬਸਨ ਨਾ ਦੇਹੀ, ਮੇਰੇ ਅੰਦਰ ਜਿਹੜੀ ਸ਼ੁਭ ਗੁਣਾਂ ਦੀ ਰਈਅਤ ਹੈ, ਰਈਅਤ ਕਹਿੰਦੇ ਨੇ ਪਰਜਾ ਨੂੰ, ਜਿਹੜੀ ਸ਼ੁਭ ਗੁਣਾਂ ਦੀ ਪਰਜਾ ਨੂੰ ਸੁੱਖ ਨਾਲ ਵਸਣ ਨਹੀਂ ਦਿੰਦੇ। 9 ਗੋਲਕਾਂ, 10 ਮੁਨਸਫ, ਅੰਦਰ ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਵਸਣ ਨਹੀਂ ਦਿੰਦੇ। ਬਥੇਰਾ ਯਤਨ ਕਰਦੇ ਅੰਦਰ ਸਬਰ ਸੰਤੋਖ ਆ ਜੇ, ਅੱਖਾਂ ਕੋਈ ਪਦਾਰਥ ਵੇਖਦੀਆਂ ਨੇ, ਝੱਟ ਮਨ ਫੁਰਨਾ ਕਰਦਾ ਮੇਰੇ ਕੋਲ ਹੋਵੇ। ਕਿੱਥੇ ਫਿਰ ਉਹ ਸੰਤੋਖ ਨੂੰ ਨਾਲ ਹੀ ਖਾ ਗਈਆਂ, ਸਬਰ ਨੂੰ ਨਾਲ ਹੀ ਖਤਮ ਕਰ ਦਿੱਤਾ। ਸ਼ੁਭ ਗੁਣਾਂ ਦੀ ਜਿਹੜੀ ਪਰਜਾ, ਜਿੱਥੇ ਹੁਣ ਇੰਨੇ ਦੌੜੇ ਫਿਰਨ ਪਿੰਡਾਂ ਦੇ ਵਿੱਚ, ਇੱਕ ਪਿੰਡ ਦੇ ਵਿੱਚ, ਉਹਨਾਂ ਨੂੰ ਕਿੱਥੇ ਸੁੱਖ ਹੋਣਾ। ਹੁਣ ਆ ਜਿਹੜਾ ਇੱਕ ਪਿੰਡ ਹੈ ਸਰੀਰ ਕਿਲਾ, ਇਹਦੇ ਵਿੱਚ ਦੌੜੇ ਹੀ ਫਿਰਦੇ, ਨਾ ਗਿਆਨ ਇੰਦਰੇ ਕਾਬੂ ਵਿੱਚ ਨੇ, ਨਾ ਕਰਮ ਇੰਦਰੇ ਕਾਬੂ ਵਿੱਚ ਨੇ। ਜਿਹੜੇ ਸ਼ੁਭ ਗੁਣਾਂ ਦੀ ਅੰਦਰ ਰਈਅਤ ਸੀ, ਪਰਜਾ ਸੀ, ਉਹਨੂੰ ਇਹ ਸੁੱਖ ਨਾਲ ਵਸਣ ਨਹੀਂ ਦਿੰਦੇ। ਡੋਰੀ ਪੂਰੀ ਮਾਪੈ ਨਾਹੀ, ਗੋ ਬਿਸਟਾਲਾ ਲੇਹੀ। ਡੋਰੀ ਹੁੰਦੀ ਹੈ ਜ਼ਰੀਬ, ਸੰਗਲੀ ਜੀ ਹੁੰਦੀ ਹੈ ਪਟਵਾਰੀਆਂ ਦੇ ਕੋਲ, ਉਹਨੂੰ ਡੋਰੀ ਕਹਿ ਦਿੰਦੇ ਆ, ਜ਼ਰੀਬ ਕਹਿ ਦਿੰਦੇ ਆਪਾਂ ਅੱਜ ਦੀ ਭਾਸ਼ਾ ਵਿੱਚ। ਉਹ ਜ਼ਰੀਬ ਖਿੱਚ ਕੇ
ਖੇਤ ਮਿਣੇ ਜਾਂਦੇ ਹੈ। ਕਹਿੰਦੇ ਜਿਹੜਾ ਇਹ ਪਟਵਾਰੀ ਹੈ ਨਾ, ਜਿਹਦੇ ਨਾਲ ਇਹ 10 ਗਿਆਨ ਇੰਦਰੇ, ਕਰਮ ਇੰਦਰੇ ਤੇ 9 ਗੋਲਕਾਂ ਤੇ ਜਿਹੜਾ ਮਨ ਹੈ, ਇਹਨੂੰ ਕਹਿ ਲਈਏ ਪਟਵਾਰੀ। ਇਹ ਕੀ ਕਰਦਾ ਵੀ ਡੋਰੀ ਪੂਰੀ ਮਾਪਦਾ ਨਹੀਂ ਹੈ, ਬਿਸ਼ਟਾਲਾ ਹੋਰ ਲੈਂਦਾ। ਬਿਸ਼ਟਾਲਾ ਵੈਸੇ ਕਹਿ ਦਿੰਦਾ, ਰਿਸ਼ਵਤ ਦਾ ਜਿਹੜਾ ਪੈਸਾ ਉਹਨਾਂ ਨੂੰ ਬਿਸ਼ਟਾਲਾ ਕਹਿੰਦੇ, ਵੀ ਗੰਦਗੀ ਦੇ ਨਾਲ ਭਰਿਆ ਪੈਸਾ, ਜਿਹਦੇ ਵਿੱਚ ਦੁਰਾਚਾਰ ਦੀ ਭਾਵਨਾ, 2 ਨੰਬਰ ਦਾ ਪੈਸਾ, ਉਹਨੂੰ ਕਹਿੰਦੇ ਨੇ ਬਿਸ਼ਟਾਲਾ। ਕਹਿੰਦੇ ਪਟਵਾਰੀ ਨੇ ਰਿਸ਼ਵਤ ਲਈ ਹੋਈ ਹੈ ਤੇ ਡੋਰੀ ਮਾਪਦਾ ਨਹੀਂ ਪੂਰੀ। ਜਦੋਂ ਮਿਣਨਾ ਲੱਗਦਾ ਨਾ, ਜਿੱਥੇ ਜਰੀਬ ਵੇਖਦਾ ਵੀ ਥੋੜਾ ਬਹੁਤਾ ਰਹਿ ਗਿਆ ਪਾਸਾ, ਉੱਥੇ ਜਾਣ ਕੇ ਛੱਡ ਦਿੰਦਾ, ਚਲੋ ਜੀ ਇਹ ਤਾਂ ਆ ਗਈ ਵਿੱਚ, ਚਲੋ ਦੂਜੇ ਪਾਸੇ ਲਓ। ਫਿਰ ਗਿਣ ਵੀ ਪਾ ਜਰੀਬ, ਪਿੱਛੇ ਆ ਕੇ ਜਿਹੜੀਆਂ ਥੋੜੇ 2-4 ਘੁੰਡੀਆਂ ਜਿਹੀਆਂ ਰਹਿ ਜਾਂਦੀਆਂ, ਉਨੀ ਕੁ ਛੱਡ ਦਿੰਦਾ। ਉਹ ਮਾਪਦਾ ਨਹੀਂ ਹੈ ਪੂਰੀ। ਵੱਧ ਨੂੰ ਘਟਾ ਦਿੰਦਾ ਤੇ ਘੱਟ ਨੂੰ ਵੱਧ ਕਰ ਦਿੰਦਾ। ਬਿਸ਼ਟਾਲਾ ਲਿਆ ਹੋਵੇ ਤਾਂ ਰਿਸ਼ਵਤ ਲਈ ਹੋਵੇ। ਕਹਿੰਦੇ ਉਹ ਹਾਲਤ ਹੈ ਇਸ ਮਨ ਦੀ ਵੀ ਇਹ ਪਰਾਲਬਧ ਦੇ ਉੱਤੇ ਸੰਤੁਸ਼ਟ ਨਹੀਂ ਰਹਿੰਦਾ ਜੋ ਇਹਦੇ ਭਾਗਾਂ 'ਚ ਲਿਖਿਆ। ਉਹ ਕਹਿੰਦੇ ਵੀ ਡੋਰੀ ਪੂਰੀ ਮਾਪੈ ਨਹੀਂ, ਉਸ ਡੋਰੀ ਦੇ ਵਿੱਚ ਨਹੀਂ ਰਹਿੰਦਾ ਜ਼ਰੀਬ ਦੇ, ਵੀ ਜੋ ਭਾਗਾਂ 'ਚ ਲਿਖਿਆ। ਉਸ ਤੋਂ ਵੱਧ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਵਾਲੇ ਪਾਸੇ ਭਜਦਾ ਵੀ ਹੋਰ ਇਕੱਠੇ ਕਰ ਲਵਾਂ। ਉਹਨੇ ਕਿ ਸੰਤੁਸ਼ਟ ਨਹੀਂ ਜਿੰਨਾ 'ਚ ਹੈ। ਉਹ ਡੋਰੀ ਜਿਹੜੀ ਹੈ ਪੂਰੀ ਮਾਪਦਾ ਨਹੀਂ ਹੈ। ਉਹ ਬਿਆਨੀ ਕਿ ਪਰਾਲਬਧ ਦੇ ਉੱਤੇ ਸੰਤੁਸ਼ਟ ਨਹੀਂ ਰਹਿੰਦਾ ਹੈ, ਉਸ ਤੋਂ ਵੱਧ ਲੈਣ ਦੀ ਇੱਛਾ ਰੱਖਦਾ, ਹੋਰ ਵਿਸ਼ੇ ਵਿਕਾਰ, ਹੋਰ ਮਾੜੇ ਕਰਮ ਕਰਦਾ, ਹੋਰ ਭੈੜੇ ਕਰਮਾਂ ਵਿੱਚ ਪ੍ਰਵਿਰਤ ਹੁੰਦਾ। ਹਾਂਜੀ। 72 ਘਰ ਇੱਕ ਪੁਰਖ ਸਮਾਇਆ, ਹੁਣ ਦੀਆ ਨਾਮ ਲਿਖਾਈ। ਖਾਲਸਾ ਜੀ, ਸਰੀਰ ਦੇ ਵਿੱਚ ਪਰਮੇਸ਼ਰ ਨੇ ਇਹੋ ਜਿਹੀ ਬਣਤਰ ਬਣਾਈ ਹੈ, ਯੋਗ ਮਤ ਦੇ ਅਨੁਸਾਰ ਉਹ ਮੰਨਦੇ ਹੈ ਕਿ ਇਸ ਸਰੀਰ ਵਿੱਚ 72 ਕਰੋੜ 20 ਲੱਖ 16,219 ਨਾੜੀਆਂ ਹਨ। 72 ਕਰੋੜ ਚੋਂ 72 ਲੱਖ ਮੁਖ ਨੇ, 72 ਲੱਖ ਦੇ ਵਿੱਚੋਂ 72,000 ਮੁਖ ਨੇ, 72,000 ਦੇ ਵਿੱਚੋਂ ਕੇਵਲ 72 ਨਾੜੀਆਂ ਮੁਖ ਨੇ। ਉਹ ਜਿਹੜੀਆਂ 72 ਨਾੜੀਆਂ ਨੇ, ਉਹਨਾਂ ਨੂੰ ਇੱਥੇ ਕਬੀਰ ਜੀ ਕਹਿ ਰਹੇ ਨੇ 72 ਕੋਠੜੀਆਂ, 72 ਘਰ। 72 ਕੋਠੜੀ ਵੀ ਆਏਗਾ ਸ਼ਬਦ ਗੁਰਬਾਣੀ 'ਚ, ਵੀ ਉਹ 72 ਘਰਾਂ ਵਾਲਾ ਜਿਹੜਾ ਇਹ ਸਰੀਰ ਹੈ, ਯਾਨੀ ਕਿ 72 ਨਾੜੀਆਂ ਵਾਲਾ ਇਹ ਕਾਇਆ ਸਰੀਰ ਰੂਪੀ ਘਰ ਹੈ। ਇਹਦੇ ਵਿੱਚ ਇੱਕ ਅਕਾਲ ਪੁਰਖ ਸਮਾਇਆ ਹੋਇਆ। ਇਹ ਗੁਰੂ ਨੇ ਦੱਸਿਆ ਵੀ ਤੂੰ ਕਿੱਧਰ ਭਟਕਦਾ ਫਿਰਦਾ, ਪਟਵਾਰੀਆਂ ਦੇ ਉਲਝੇਵਿਆਂ 'ਚ, ਧਰਮਰਾਏ ਦੇ ਉਲਝੇਵਿਆਂ 'ਚ। ਸੱਜਣਾ, ਇਹ 72 ਨਾੜੀਆਂ ਵਾਲਾ ਜਿਹੜਾ ਤੇਰਾ ਇਹ ਘਰ ਹੈ ਨਾ ਸਰੀਰ, ਇਹਦੇ ਵਿੱਚ ਇੱਕ ਪੁਰਖ ਸਮਾਇਆ ਹੋਇਆ, ਅਕਾਲ ਪੁਰਖ। ਉਹਨ ਦੀਆ ਨਾਮ ਲਿਖਾਈ। ਗੁਰੂ ਨੇ ਉਹਦਾ ਜਿਹੜਾ ਨਾਮ ਹੈ ਉਹ ਸਾਨੂੰ ਲਿਖਾਈ ਜਣਾ ਦਿੱਤਾ, ਲਿਖਾਈ ਜਣਾ ਦਿੱਤਾ। ਜਾਂ ਇਦਾਂ ਕਹਿ ਲਈਏ, ਉਹ ਜਿਹੜਾ ਪੁਰਖ ਇਸ ਕਾਇਆ 'ਚ ਸਮਾਇਆ ਹੋਇਆ, ਗੁਰੂ ਨੇ ਉਹਦਾ ਨਾਮ ਸਾਡੇ ਮੱਥੇ ਤੇ ਲਿਖ ਦਿੱਤਾ ਹੈ। ਯਾਨੀ ਕਿ ਰਾਹਦਾਰੀ ਦੇ ਦਿੱਤੀ ਹੈ, ਸਾਨੂੰ ਪ੍ਰਵਾਨਗੀ ਦੇ ਦਿੱਤੀ ਹੈ ਕਿ ਤੇਰਾ ਇਹ ਸੰਸਾਰ ਵਿੱਚ ਆਇਆ ਸਫਲ ਹੋ ਗਿਆ, ਤੇਰੀ ਇਹ ਜ਼ਿੰਦਗੀ ਸਫਲ ਹੋ ਗਈ ਹੈ। ਮੇਰੇ ਗੁਰੂ ਨੇ ਸਾਡੇ ਤੇ ਇਹ ਤਰਸ ਕੀਤਾ ਹੈ। ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਕਾਈ। ਕਹਿੰਦੇ ਜਦੋਂ ਧਰਮ ਰਾਜੇ ਨੇ ਜਾ ਕੇ ਆਪਣੇ ਸਾਡਾ ਹਿਸਾਬ ਕਿਤਾਬ ਵੇਖਿਆ, ਲੇਖਾ ਉਹਨੇ ਦਫ਼ਤਰ ਵੇਖਿਆ ਆਪਣਾ ਸਾਰਾ ਖੋਲ ਕੇ, ਵੇਖੋ ਇਹਦਾ ਕੀ ਹਿਸਾਬ ਕਿਤਾਬ ਹੈ। ਕਹਿੰਦੇ ਮੇਰੇ ਗੁਰੂ ਨੇ ਸਾਡੇ ਤੇ ਇਹੋ ਜਿਹਾ ਤਰਸ ਕੀਤਾ ਵੀ ਸਾਡੀ ਥੋੜੀ, ਰਿਜ਼ਮ ਦਾ ਮਤਲਬ ਹੈ ਥੋੜਾ ਜਿੰਨਾ ਬਕਾਇਆ ਵੀ ਪਿੱਛੇ ਨਹੀਂ ਰਹਿਣ ਦਿੱਤਾ, ਯਾਨੀ ਕਿ ਸਾਰੇ ਕਰਮ ਨਿਬੇੜ ਦਿੱਤੇ, ਚੰਗੇ ਵੀ ਤੇ ਮਾੜੇ ਵੀ। ਆਖੋ ਸਤਨਾਮ ਸ੍ਰੀ। ਕਿਉਂਕਿ ਚੰਗੇ ਕਰਮ ਕੀਤੇ ਹੋਏ ਹੋਣਗੇ ਉਹਦਾ ਫਲ ਸਵਰਗ ਮਿਲਦਾ, ਮਾੜੇ ਹੋਣਗੇ ਤਾਂ ਨਰਕ ਮਿਲਦਾ। ਤੇ ਰੱਬ ਦੇ ਪਿਆਰੇ ਨਾ ਸਵਰਗ ਦੀ ਇੱਛਾ ਰੱਖਦੇ ਨੇ, ਨਾ ਨਰਕ ਦੀ ਰੱਖਦੇ ਨੇ। ਇਸ ਕਰਕੇ ਛੱਡੇ ਹੀ ਨਹੀਂ ਕੋਈ ਪਿੱਛੇ ਲੇਖਾ ਜੋਖਾ। ਰਿਜ਼ਮ ਥੋੜਾ ਜਿੰਨਾ ਵੀ। ਚੰਗੇ ਕਰਮ ਜਿਹੜੇ ਸਨ ਉਹ ਉਸਤਤ ਕਰਨ ਵਾਲੇ ਲੈ ਗਏ, ਕਬੀਰ ਜੀ ਕਹਿੰਦੇ ਸਾਡੀ ਜਿਹੜੇ ਉਸਤਤ ਕਰਦੇ ਸੀ ਉਹ ਲੈ ਗਏ, ਤੇ ਜਿਹੜੇ ਮਾੜੇ ਸਨ ਉਹ ਨਿੰਦਾ ਕਰਨ ਵਾਲੇ ਲੈ ਗਏ। ਅਸੀਂ ਤਾਂ ਸੁਰਖਰੂ ਹੋ ਗਏ, ਰੱਬ ਰੱਬ ਕਰਦੇ ਆ, ਬੰਦਗੀ ਕਰਦੇ।
ਪਿੱਛੇ ਕੁਝ ਹਿਸਾਬ ਕਿਤਾਬ ਵਿੱਚ ਰਿਜ਼ਮ ਦਾ ਮਤਲਬ ਹੁੰਦਾ ਥੋੜੀ ਜਿੰਨੀ ਵੀ ਬਕਾਇਆ, ਥੋੜਾ ਜਿੰਨਾ ਵੀ ਬਕਾਇਆ ਜਿਹੜਾ ਸੀ ਉਹ ਪਿੱਛੇ ਨਹੀਂ ਰਿਹਾ। ਯਾਨੀ ਕਿ ਧਰਮ ਰਾਜੇ ਨੇ ਹਿਸਾਬ ਕਿਤਾਬ ਬਰਾਬਰ ਕਰ ਦਿੱਤਾ, ਲੇਖੇ ਜੋਖੇ ਦੇ ਕਾਗਜ਼ ਪਾੜ ਦਿੱਤੇ ਵੀ ਲੈ ਸੱਜਣਾ ਤੂੰ ਮੁਕਤ ਹੈ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਇਹ ਦਾਤ ਅਕਾਲ ਪੁਰਖ ਨੇ ਸਾਨੂੰ ਬਖਸ਼ ਦਿੱਤੀ। ਸੰਤਾਂ ਕੋ ਮਤ ਕੋਈ ਨਿੰਦੋ, ਆਹਾ ਸੰਤ ਰਾਮ ਹੈ ਏਕੋ। ਐ ਦੁਨੀਆ ਦੇ ਲੋਕੋ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਨਿਚੋੜ ਦੱਸਦਾ ਹਾਂ, ਧਿਆਨ ਨਾਲ ਸੁਣਿਓ। ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਤੇ ਸੰਤਾਂ ਦੀ ਨਿੰਦਾ ਨਾ ਕਰਿਓ। ਕਿਉਂ? ਕਿਉਂਕਿ ਸੰਤ ਤੇ ਰਾਮ ਦੋਵੇਂ ਇੱਕ ਨੇ। ਹੋ ਸਕਦਾ ਹੈ ਕਿ ਤੁਸੀਂ ਭੁਲੇਖੇ 'ਚ ਰਹਿ ਕੇ, ਭਰਮ 'ਚ ਰਹਿ ਕੇ ਭੇਖੀਆਂ ਦੀ ਨਿੰਦਾ ਕਰਦਿਆਂ ਕਰਦਿਆਂ ਰੱਬ ਦੇ ਪਿਆਰਿਆਂ ਦੀ ਨਿੰਦਾ ਨਾ ਕਰਨ ਲੱਗ ਪਿਓ। ਭੇਖੀ ਹੁੰਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਐਸਾ ਨਾ ਹੋਵੇ ਵੀ ਜਿਹੜੇ ਅਸਲ ਨੇ ਉਹਨਾਂ ਦੇ ਬਹਾਨੇ ਉਹਨਾਂ ਨੂੰ ਵੀ ਨਾਲ ਭੰਡੀ ਜਾਈਏ ਭੁਲੇਖੇ ਨਾਲ ਵੀ ਅਸੀਂ ਤਾਂ ਮੰਨਦੇ ਹੀ ਨਹੀਂ ਕਿਸੇ ਨੂੰ ਸੰਤ। ਪਾਤਸ਼ਾਹ ਗੁਰਬਾਣੀ 'ਚ ਬਾਰ-ਬਾਰ ਸਾਨੂੰ ਸਮਝਾਉਂਦੇ ਆ, ਸੰਤ ਕਾ ਦੋਖੀ ਅਧ ਬੀਚ ਤੇ ਟੁੱਟੈ। ਅੱਧ ਵਿੱਚੋਂ ਟੁੱਟ ਜਾਂਦਾ, ਉਹਦੀ ਪ੍ਰੀਤ ਰੱਬ ਨਾਲ ਤੋੜ ਨਹੀਂ ਨਿਭਦੀ। ਰੱਬ ਦੇ ਪਿਆਰਿਆਂ ਦੀ ਨਿੰਦਾ ਨਾ ਕਰਿਓ ਭਾਈ, ਕਿਉਂਕਿ ਸੰਤਾਂ ਦੀ ਨਿੰਦਾ ਰੱਬ ਦੀ ਨਿੰਦਾ ਹੈ। ਸੰਤ ਰਾਮ ਹੈ ਏਕੋ, ਸੰਤ ਤੇ ਰਾਮ ਦੋਵੇਂ ਇੱਕ ਰੂਪ ਨੇ। ਨਿੰਦਾ ਤਾਂ ਕਿਸੇ ਦੀ ਵੀ ਨਹੀਂ ਭਲੀ, ਮਨਮੁਖ ਹੋਵੇ ਸਾਖਤ ਹੋਵੇ, ਨਿੰਦਾ ਤਾਂ ਉਹਦੀ ਨਹੀਂ ਕਰਨੀ। ਸਾਨੂੰ ਕੀ ਲੋੜ ਹੈ ਕਿਸੇ ਦੀ ਨਿੰਦਾ ਕਰੀਏ? ਆਪਣੀ ਲਕੀਰ ਵੱਡੀ ਖਿੱਚਦੇ ਚਲੀ ਜਾਓ, ਦੂਜੀਆਂ ਆਪਣੇ ਆਪ ਛੋਟੀਆਂ ਹੁੰਦੀਆਂ ਚਲੀ ਜਾਣਗੀਆਂ। ਕੀ ਲੋੜ ਹੈ ਕਿਸੇ ਦੀਆਂ ਲਕੀਰਾਂ ਮਿਟਾ ਕੇ ਉਹਦੇ ਨਾਲ ਲੜਾਈ ਕਰਨ ਦੀ, ਦਵੈਸ਼ ਕਰਨ ਦੀ? ਇਹੀ ਤਾਂ ਤਰੀਕਾ ਨਹੀਂ ਨਾ ਕਿਸੇ ਦੀ ਲਕੀਰ ਛੋਟੀ ਕਰਨ ਦਾ। ਉਹਦੇ ਨਾਲ ਲਕੀਰ ਆਪਣੀ ਵੱਡੀ ਖਿੱਚ ਲਓ, ਆਪਣੇ ਆਪ ਛੋਟੀ ਹੋ ਜਾਏਗੀ, ਨਾ ਲੜਾਈ ਨਾ ਦਵੈਸ਼। ਇਸ ਕਰਕੇ ਕਹਿੰਦੇ ਆ, ਸੰਤਾਂ ਕਉ ਮਤ ਕੋਈ ਨਿੰਦੋ, ਸੰਤਾਂ ਨੂੰ ਮਥਾ ਕੋਈ ਨਿੰਦੋ। ਸੰਤ ਰਾਮ ਹੈ ਏਕੋ, ਸੰਤ ਤੇ ਰਾਮ ਦੋਵੇਂ ਇੱਕ ਰੂਪ ਹਨ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਬਬੇਕੋ। ਕਬੀਰ ਜੀ ਮਹਾਰਾਜ ਜੀ ਕਹਿੰਦੇ, ਮੈਂ ਉਹ ਗੁਰੂ ਪਾ ਲਿਆ ਜਿਹਦਾ ਨਾਂ ਹੀ ਵਿਵੇਕ ਹੈ। ਵਿਚਾਰ, ਵਿਵੇਕ ਦਾ ਮਤਲਬ ਦੋ ਨੂੰ ਛੱਡ ਕੇ ਇੱਕ ਦੀ ਵਿਚਾਰ ਕਰੇ, ਉਹਨੂੰ ਕਹਿੰਦੇ ਨੇ ਵਿਵੇਕ। ਕਹਿੰਦੇ ਮੈਂ ਗੁਰੂ ਹੀ ਇਹੋ ਜਿਹਾ ਪ੍ਰਾਪਤ ਕਰ ਲਿਆ ਜਿਹਦਾ ਨਾਮ ਹੀ ਵਿਵੇਕ ਗੁਰੂ ਹੈ, ਵਿਵੇਕੀ ਗੁਰੂ ਹੈ। ਮੇਰਾ ਗੁਰੂ ਵਿਵੇਕੀ ਹੈ, ਮੇਰਾ ਗੁਰੂ ਵਿਵੇਕੀ ਹੈ। ਕਬੀਰ ਜੀ ਕਹਿੰਦੇ, ਉਹ ਕਹਿੰਦੇ ਯਾਰ ਨਕਟੀ ਕੋਠਨ ਗਨ ਬਾਡਾ ਡੋ, ਕਿ ਨਾ ਵਿਵੇਕੀ ਕਾਟੀ ਤੂੰ। ਨਕਟੀ ਕੋਠਨ ਗਨ ਬਾਡਾ ਡੂ, ਕਿ ਨਾ ਵਿਵੇਕੀ ਕਾਟੀ ਤੂੰ। ਵਿਵੇਕੀ ਨੇ ਜਿਹੜੇ ਉਹ ਕੱਟ ਦਿੰਦੇ ਆ ਉਹਨੂੰ, ਮਾਇਆ ਦੀ ਠਣਗਣ ਨੂੰ। ਤੋ ਰੱਬ ਦੇ ਪਿਆਰੇ ਇਹ ਅਵਸਥਾ ਬਣਾ ਕੇ ਰੱਖਦੇ ਹੋ। ਕਹਿੰਦੇ ਸਾਡਾ ਗੁਰੂ ਜਿਹੜਾ ਹੈ ਨਾ, ਉਹ ਵਿਵੇਕ ਹੈ, ਵਿਚਾਰਵਾਨ ਹੈ। ਇੱਥੇ ਕਬੀਰ ਜੀ ਦੇ ਸ਼ਬਦ ਸਮਾਪਤ ਹੋਏ ਨੇ, ਅੱਗੇ ਭਗਤ ਰਵਿਦਾਸ ਜੀ ਦੇ ਸ਼ਬਦ ਪ੍ਰਾਰੰਭ ਹੋ ਰਹੇ ਹਨ। ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ ਬਾਣੀ, ਮਹਾਰਾਜ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਮੰਗਲਾਚਰਨ ਕਰਦੇ ਨੇ ਭਗਤ ਰਵਿਦਾਸ ਜੀ, ਅਕਾਲ ਪੁਰਖ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਹਿਕੀ ਸਾਰ ਸੁਹਾਗਨ ਜਾਣੈ, ਸਹਿ ਕੀ ਸਾਰ, ਸਹਿ ਨਾਮ ਹੈ ਪਤੀ ਦਾ, ਪਰਮੇਸ਼ਰ ਦਾ।
ਆਮ ਕਰਕੇ ਕਈ ਵੀਰ ਇਕੱਠਾ ਹੀ ਕਰ ਜਾਂਦੇ ਪਾਠ ਸਹਿਕੀ ਇਕੱਠਾ ਨਹੀਂ, ਸਹਿ ਨਾਮ ਪਤੀ ਦਾ। ਸਹਿਕੀ ਸਾਰ ਸੁਹਾਗਨ ਜਾਣੈ, ਲੜੀਵਾਰ ਸਰੂਪ ਹੈ। ਇੱਕ ਵਾਰ ਇੱਕ ਸੱਜਣ ਕਹੇ ਜੀ ਇਹ ਲੜੀਵਾਰ ਬੀੜਾ ਨਹੀਂ ਹੋਣੀਆਂ ਚਾਹੀਦੀਆਂ। ਪੁੱਛਿਆ ਵੀ ਕਿਉਂ? ਉਹ ਕਹਿੰਦਾ ਜੀ ਕੀ ਲੋੜ ਹੈ, ਸੌਖਾ ਕਰ ਦੇਣਾ ਚਾਹੀਦਾ ਕੰਮ। ਸੌਖਾ ਤਾਂ ਕੀਤਾ ਹੀ ਹੋਇਆ। ਕਹਿੰਦਾ ਨਹੀਂ ਜੀ, ਜਿਹੜੇ ਤਖਤਾਂ ਤੇ ਪ੍ਰਕਾਸ਼ ਹੁੰਦੇ ਆ ਜਿਵੇਂ ਮੇਨ ਦਰਬਾਰ 'ਚ। ਉਹਨੂੰ ਪੁੱਛਿਆ ਵੀ ਤੈਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਕਹਿਣਾ? ਕਹਿੰਦਾ ਨਹੀਂ, ਮੈਂ ਤਾਂ ਪੜ੍ਹ ਲੈਣਾ। ਉਹ ਦੇਵਨੇਤ ਅਰਦਾਸ ਕਰਕੇ ਆਖਿਆ ਵੀ ਹੁਕਮਨਾਮਾ ਲੈ। ਸਮਾਗਮ ਸੀ, ਉਹ ਹੁਕਮਨਾਮਾ ਲੈਣ ਲੱਗਾ ਲੜੀਵਾਰ ਸਰੂਪ ਤੇ। ਇਹੀ ਸ਼ਬਦ ਆਇਆ, ਮੈਨੂੰ ਹਾਲੇ ਵੀ ਚੇਤੇ ਹੈ। ਉਦੋਂ ਮੈਂ ਕਥਾ ਨਹੀਂ ਸੀ ਕਰਦਾ। ਪੜ੍ਹ ਕੇ ਕਹਿਣ ਲੱਗਾ ਸਹਿਕੀ ਅੱਗੇ ਟੁਰੇ ਹੀ ਨਾ। ਸਹਿਕੀ ਇਕੱਠਾ ਹੀ ਕਰੀ ਜਾਵੇ ਪਾਠ। ਉਹ ਮੈਨੂੰ ਚੇਤੇ ਆ ਗਿਆ ਬਚਨ, ਬੜੇ ਸਾਲ ਪੁਰਾਣਾ। ਲੜੀਵਾਰ ਸਰੂਪ ਮਹਾਰਾਜ ਜੀ ਨੇ ਲਿਖੇ ਹੈ। ਉਹਦੇ ਤੇ ਜਦੋਂ ਪਾਠ ਕਰੀਦਾ ਅਭਿਆਸ ਵੱਧ ਹੋਣਾ ਚਾਹੀਦਾ। ਪਦਛੇਦ ਸਰੂਪ ਵੀ ਹੈਣ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਹੈ, ਪਰ ਯਤਨ ਇਹ ਵੀ ਕਰਨਾ ਚਾਹੀਦਾ ਵੀ ਜੇ ਲੜੀਵਾਰ ਸਰੂਪ ਹੋਵੇ ਉਹਦੇ ਤੇ ਵੀ ਅਭਿਆਸ ਹੋਵੇ ਗੁਰਬਾਣੀ ਦਾ। ਖੈਰ, ਸਹਿ ਕੀ ਸਾਰ ਸੁਹਾਗਨ ਜਾਣੈ, ਸਹਿ ਨਾਮ ਪਤੀ ਪਰਮੇਸ਼ਵਰ ਅਕਾਲ ਪੁਰਖ ਦਾ ਹੈ। ਉਹਦੀ ਜਿਹੜੀ ਸਾਰ ਹੈ ਉਹ ਸੁਹਾਗਣ ਨੂੰ ਹੀ ਪਤਾ ਨਾ ਵੀ ਪਤੀ ਦੀ ਸਾਰ ਕੀ ਹੈ। ਜਿਹੜੀ ਦੁਆਗਣ ਤੇ ਛੁੱਟੜ ਇਸਤਰੀ ਹੋਵੇ ਉਹਨੂੰ ਕੀ ਪਤਾ ਪਤੀ ਦੀ ਸਾਰ ਕੀ ਹੁੰਦੀ ਹੈ? ਉਹ ਕੀ ਜਾਣੇ ਇੱਕ ਪਤੀ ਦੇ ਸੁੱਖ। ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਦੀ ਸਾਰ ਜਾਣਦੇ ਆ। ਗੁਰਬਾਣੀ ਕਿਤਨੀ ਕੀਮਤੀ ਹੈ, ਕਿਤਨੀ ਅਮੋਲਕ ਹੈ, ਇਹ ਤਾਂ ਉਹੀ ਜਾਣੇਗਾ ਜਿਹੜਾ ਗੁਰਬਾਣੀ ਦਾ ਵਣਜ ਕਰਨ ਵਾਲਾ, ਗੁਰਬਾਣੀ ਪੜ੍ਹਨ ਵਾਲਾ। ਜਿਹਨੇ ਕਦੇ ਪੜ੍ਹਨੀ ਨਹੀਂ ਗੁਰਬਾਣੀ, ਸੁਣਨੀ ਨਹੀਂ, ਉਹਨੂੰ ਕੀ ਪਤਾ? ਉਹਦੇ ਵਾਸਤੇ ਤਾਂ ਭਾਈ ਇਹ ਤਾਂ ਸਾਨੂੰ ਕੀ ਪਤਾ ਕੀ ਹੈ। ਹੀਰੇ ਦੀ ਸਾਰ ਉਸੇ ਨੂੰ ਪਤਾ ਹੁੰਦਾ ਜਿਹੜਾ ਜੌਹਰੀ ਹੋਵੇ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਪਤੀ ਦੀ ਸਾਰ ਉਹੀ ਜਾਣਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ। ਹਾਂਜੀ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਉਹ ਜਿਹੜੀਆਂ ਸੁਹਾਗਣਾ ਨੇ ਨਾ, ਉਹ ਆਪਣਾ ਤਨ ਅਭਿਮਾਨ ਛੱਡ ਕੇ ਉਸ ਪ੍ਰਮਾਤਮਾ ਦੀ, ਪਤੀ ਪਰਮੇਸ਼ਰ ਦੀ ਅਭੇਦਤਾ ਦਾ ਜਿਹੜਾ ਸੁੱਖ ਹੈ, ਰਲੀਆਂ ਉਹਦੇ 'ਚ ਅਭੇਦ ਹੋਣ ਦਾ ਸੁੱਖ ਮਾਣਦੀਆਂ। ਉਹਨਾਂ ਨੂੰ ਪਤਾ ਉਹਦੀ ਸਾਰ ਕੀ ਹੈ ਪਤੀ ਪਰਮੇਸ਼ਰ ਦੀ। ਉਹ ਆਪਣੇ ਤਨ ਦਾ ਅਭਿਮਾਨ ਛੱਡ ਕੇ ਵੀ ਮੈਂ ਸਰੀਰ ਨਹੀਂ ਹਾਂ, ਮੈਂ ਉਸ ਪਾਰ ਬ੍ਰਹਮ ਪ੍ਰਮਾਤਮਾ ਦੀ ਅੰਸ਼ ਹਾਂ, ਇਹ ਜਾਣ ਕੇ ਉਹਦੇ ਵਿੱਚ ਇੱਕਮਿਕ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਕੇ ਉਸ ਦੀ ਅਭੇਦਤਾ ਦਾ ਸੁਖ ਮਾਣਦੀਆਂ ਹਨ। ਮਨ ਦੇ ਨਾ ਅੰਤਰ ਰੱਖੈ। ਉਹ ਤਨ ਮਨ ਦੇ, ਇੱਥੇ ਰੁਕ ਜਾਵਾਂਗੇ, ਨਾ ਅੰਤਰ ਰੱਖੈ। ਜਿਹੜੀਆਂ ਇਹੋ ਜਿਹੀਆਂ ਜੀਵ ਰੂਪੀ ਇਸਤਰੀਆਂ ਨੇ ਪਤੀ ਪਰਮੇਸ਼ਰ ਦੀਆਂ, ਉਹ ਆਪਣਾ ਤਨ ਮਨ ਉਹਦੇ ਅੱਗੇ ਭੇਟ ਕਰ ਦਿੰਦੀਆਂ ਨੇ, ਅਰਪਣ ਕਰ ਦਿੰਦੀਆਂ ਨੇ, ਫਰਕ ਨਹੀਂ ਰੱਖਦੀਆਂ ਆਪਣੇ ਵਿੱਚ ਤੇ ਉਹਦੇ 'ਚ। ਕਹਿੰਦੀਆਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਉਹ ਅੰਤਰਾ ਰੱਖਦੀਆਂ ਹੀ ਨਹੀਂ, ਆਪਣਾ ਤਨ ਤੇ ਮਨ ਉਸ ਵਾਹਿਗੁਰੂ ਪਰਮੇਸ਼ਰ ਅੱਗੇ ਭੇਟ ਕਰ ਦਿੰਦੀਆਂ ਹਨ। ਅਵਰਾ ਦੇਖ ਨਾ ਸੁਨੇ ਅਭਾਖੈ। ਉਹ ਅਵਰਾ ਦਾ ਮਤਲਬ ਅਵਰਣ ਸਹਿਤ। ਜਦੋਂ ਸਾਡੀ ਬਿਰਤੀ ਵਿੱਚ ਅਵਰਣ ਕਹੀਏ ਪਰਦਾ ਗਿਆਨਤਾ ਦਾ, ਉਦੋਂ ਤੱਕ ਸਾਨੂੰ ਸਾਰੇ ਦਿਸਦੇ ਆ, ਇਹ ਫਲਾਣਾ ਮਤ, ਇਹ ਫਲਾਣਾ ਮਜ਼ਹਬ ਹੈ, ਫਲਾਣਾ ਫਿਰਕਾ ਹੈ, ਫਲਾਣਾ ਇਹ ਅਮਕ ਹੈ। ਕਹਿੰਦੇ ਜਦੋਂ ਕੋਈ ਉਸ ਪਤੀ ਪਰਮੇਸ਼ਰ ਵਿੱਚ ਭੇਦ ਹੋ ਜਾਂਦੇ ਨੇ, ਉਹਨਾਂ ਦੀਆਂ ਅੱਖਾਂ ਵਿੱਚ ਅਵਰਣ ਨਹੀਂ ਰਹਿੰਦਾ, ਉਹ ਸਾਰਿਆਂ ਵਿੱਚ ਹੀ ਵੇਖਦੇ ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੋਰ ਕਿਸੇ ਨੂੰ ਵੇਖਦੇ ਹੀ ਨਹੀਂ। ਨਾ ਸੁਣੈ,
ਅਪਾਖ ਹੈ, ਕਿਸੇ ਦੇ ਮਾੜੇ ਬੋਲੇ ਹੋਏ ਬੋਲਾਂ ਨੂੰ ਵੀ ਉਹ ਨਹੀਂ ਸੁਣਦੇ। ਜਾਂ ਇਦਾਂ ਕਹਿ ਲਈਏ ਵੀ ਨਾ ਸੁਣਿਆ ਉਹਨਾਂ ਨੂੰ ਦੁਨੀਆ ਦੀਆਂ ਜਿੰਨੀਆਂ ਆਵਾਜ਼ਾਂ ਨੇ ਉਹਨਾਂ ਆਵਾਜ਼ਾਂ ਵਿੱਚ ਭੇਦ ਨਹੀਂ ਸੁਣਦਾ, ਸਾਰੀਆਂ ਆਵਾਜ਼ਾਂ 'ਚ ਸੁਣਦਾ ਹੈ ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਵੀ ਉਹੀ ਬੋਲ ਰਿਹਾ ਸਾਰਿਆਂ 'ਚ। ਤੇ ਨਾ ਹੀ ਉਹ ਅਪਾਖੇ ਦਾ ਮਤਲਬ ਆਪਣੇ ਮੂੰਹੋਂ ਵੀ ਕੋਈ ਇਦਾਂ ਦੇ ਬੋਲ ਨਹੀਂ ਬੋਲਦੇ, ਅਪਾਖੇ ਬੋਲ, ਮਾੜੇ ਭੈੜੇ ਬੋਲ, ਗੰਦੇ ਬੋਲ ਉਹ ਆਪਣੀਆਂ ਜ਼ੁਬਾਨਾਂ ਤੋਂ ਰਸਨਾ ਤੋਂ ਨਹੀਂ ਬੋਲਦੇ। ਸੋ ਕਤ ਜਾਣੈ ਪੀਰ ਪਰਾਈ। ਜਿਹੜੀਆਂ ਉਸ ਵਾਹਿਗੁਰੂ ਪਤੀ ਪਰਮੇਸ਼ਰ ਦੀਆਂ ਜੀਵ ਰੂਪੀ ਇਸਤਰੀਆਂ ਨੇ, ਉਹਨਾਂ ਅੰਦਰ ਜਦੋਂ ਉਸ ਪਤੀ ਦਾ ਇੱਕ ਛਿਨ ਮਾਤਰ ਦਾ ਵੀ ਵਿਛੋੜਾ ਪੈਂਦਾ ਤੇ ਜਿਹੜੀ ਪੀੜ ਉਹਨਾਂ ਨੂੰ ਅੰਦਰ ਹੁੰਦੀ ਹੈ ਨਾ, ਉਹਨਾਂ ਸੁਹਾਗਣਾਂ ਨੂੰ ਪ੍ਰਮਾਤਮਾ ਦੇ ਵਿਛੋੜੇ ਦੇ ਇੱਕ ਪਲ ਦੀ ਵੀ ਜਿਹੜੀ ਦਰਦ ਉਹਨਾਂ ਨੂੰ ਹੁੰਦੀ ਹੈ, ਉਸ ਪੀੜਾ ਨੂੰ ਕੋਈ ਪਰਾਇਆ ਨਹੀਂ ਜਾਣ ਸਕਦਾ, ਕੋਈ ਦੂਜਾ ਨਹੀਂ ਜਾਣ ਸਕਦਾ। ਦੁਆਗਣ ਨੂੰ ਕੀ ਪਤਾ ਕਿ ਇੱਕ ਸੁਹਾਗਣ ਦੇ ਮਨ ਵਿੱਚ ਉਹਦੇ ਪਤੀ ਦਾ ਇੱਕ ਪਲ ਦਾ ਵਿਛੋੜਾ ਵੀ ਕਿੰਨਾ ਦੁਖਦਾਈ ਹੁੰਦਾ। ਹਾਂਜੀ, ਜਾਂ ਕੈ ਅੰਤਰ ਦਰਦ ਨ ਪਾਈ। ਕਿਉਂਕਿ ਦੁਆਗਣਾਂ ਨੂੰ ਤਾਂ ਇਹ ਪੀੜਾ ਦਾ ਅਨੁਭਵ ਹੀ ਕੋਈ ਨਹੀਂ ਹੈ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ, ਮਹਿਸੂਸ ਹੀ ਨਹੀਂ ਕਰ ਸਕਦੀਆਂ, ਕਿਉਂਕਿ ਉਹ ਸੁਹਾਗ ਵਾਲੀਆਂ ਨਹੀਂ ਨਾ ਹਨ, ਦੁਆਗਣਾਂ ਨੇ। ਉਹਨਾਂ ਨੂੰ ਕੀ ਪਤਾ ਜੇ ਪਤੀ ਦੂਰ ਜਾਵੇ, ਉਹਨਾਂ ਤੋਂ ਅੱਖਾਂ ਤੋਂ ਓਹਲੇ ਹੋਵੇ ਤੇ ਕਿਹੋ ਜਿਹਾ ਦਰਦ ਮਹਿਸੂਸ ਹੁੰਦਾ ਹਿਰਦੇ 'ਚ। ਉਹ ਕੀ ਜਾਣਨ ਜਿਨ੍ਹਾਂ ਦੇ ਅੰਦਰ ਇਹ ਦਰਦ ਹੈ ਹੀ ਨਹੀਂ। ਰਹਾਉ ਦੁਖੀ ਦੁਹਾਗਨ ਦੋਏ ਪੱਖ ਹੀਨੀ। ਜਿਹੜੀ ਦੁਹਾਗਣ ਹੈ ਨਾ ਉਹ ਦੁਖੀ ਰਹਿੰਦੀ ਹੈ, ਦੋਹਾਂ ਪੱਖਾਂ ਤੋਂ ਹੀਣੀ, ਨਾ ਇਸ ਲੋਕ ਜੋਗੀ ਨਾ ਪਰਲੋਕ ਜੋਗੀ। ਜਿਹੜੀ ਦੁਹਾਗਣ ਹੁੰਦੀ ਛੁੱਟੜ ਜੀਵ ਰੂਪੀ ਇਸਤਰੀ ਕਹਿੰਦੇ ਆ ਉਹਨੂੰ, ਵਿਭਚਾਰਣੀ, ਉਹ ਨਾ ਪੇਕੇ ਘਰ ਜੋਗੀ ਤੇ ਨਾ ਸਹੁਰੇ ਘਰ ਜੋਗੀ, ਦੋਹਾਂ ਜਹਾਨਾਂ ਤੋਂ ਖਾਲੀ, ਇਸ ਲੋਕ ਤੋਂ ਵੀ ਦੁਖੀ ਪਰਲੋਕ ਤੋਂ ਵੀ ਦੁਖੀ ਦੁਹੇਲੀ ਰਹਿੰਦੀ ਹੈ। ਜਿਨ ਨਾ ਨਿਰੰਤਰ ਭਗਤ ਨਾ ਕੀਨੀ। ਕਹਿੰਦੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜੀ ਭਗਤੀ ਆ ਉਹ ਕੀਤੀ ਨਹੀਂ ਹੈ, ਨਿਰੰਤਰ ਉਹਦੀ ਭਗਤੀ ਦੇ ਰਸ ਵਿੱਚ ਉਹ ਰੰਗੀਆਂ ਹੀ ਨਹੀਂ ਰਹੀਆਂ। ਉਰਸਲਾਦ ਕਾ ਪੰਥ ਦੁਹੇਲਾ। ਸੰਪਰਦਾਈ ਮਹਾਂਪੁਰਸ਼ ਇਹ ਦੋ ਪਾਠ ਕਰਦੇ ਆ, ਲੜੀਵਾਰ ਜਦੋਂ ਲਿਖਿਆ ਫਿਰ ਤਾਂ ਇਕੱਠਾ ਹੀ ਹੋ ਜਾਂਦਾ, ਜਿਵੇਂ ਪੁਰ ਸਲਾਤ, ਉਹ ਇਦਾਂ ਵੀ ਪਾਠ ਕਰਦੇ, ਪੁਰ ਤੇ ਰੁਕ ਕੇ ਫਿਰ ਸਲਾਤ, ਪੁਰ ਸਲਾਤ, ਫਿਰ ਇਕੱਠਾ ਵੀ ਪਾਠ ਪੁਰ ਸਲਾਤ, ਇਕੱਠਾ ਵੀ ਪਾਠ ਕਰਦੇ ਆ, ਵਖ ਨਖੇੜ ਕੇ ਵੀ ਕਰਦੇ ਆ, ਪੁਰ ਸਲਾਤ, ਅਰਥ ਦੋਵਾਂ ਦਾ ਇੱਕੋ ਹੀ ਹੈ। ਮੁਸਲਮਾਨ ਧਰਮ ਦੇ ਵਿੱਚ ਮੰਨਿਆ ਜਾਂਦਾ ਵੀ ਇੱਕ ਪੁਲ ਹੈ, ਸਲਾਤ ਪੁਲ, ਪੁਰ ਨਾਮ ਪੁਲ ਦਾ ਹੋਵੇਗਾ, ਸਲਾਤ ਨਾਮਕ ਪੁਲ ਹੈ। ਜਦੋਂ ਪਰਲੋਕ ਜਾਣਾ ਹੁੰਦਾ ਉੱਥੋਂ ਲੰਘ ਕੇ ਜਾਣਾ ਪੈਂਦਾ। ਕਹਿੰਦੇ ਉਹ ਰਾਹ ਬੜਾ ਦੁਖਦਾਈ ਆ, ਪੈਗੰਬਰ ਜਿਹੜਾ ਉਹ ਹਾਮੀ ਭਰਦਾ ਫਿਰ ਉਸ ਪੁਲ ਤੋਂ ਨਿਕਲੀਦਾ। ਕਬੀਰ ਜੀ ਕਹਿੰਦੇ ਆ ਵਾਕਈ ਜਿਹੜਾ ਉਹ ਰਾਹ ਹੈ ਨਾ ਪਰਲੋਕ ਦਾ, ਉਹ ਬੜਾ ਦੁਹੇਲਾ ਹੈ, ਬੜਾ ਦੁਖਦਾਈ ਹੈ, ਬੜਾ ਭੀੜਾ ਹੈ। ਉੱਥੇ ਕੇਵਲ ਹਰੀ ਦੇ ਨਾਮ ਨੇ ਛਡਾਣਾ, ਇੰਨਾ ਭੀੜਾ ਤੇ ਇੰਨਾ ਤੰਗ ਰਾਹ ਹੈ ਉਹ ਜਿੱਥੋਂ ਲੰਘ ਕੇ ਜਾਣਾ। ਹਾਂਜੀ, ਸੰਗ ਨਾ ਸਾਥੀ ਗਮਨ ਕੀਲਾ। ਉੱਥੇ ਨਾ ਕੋਈ ਸੰਗੀ ਹੈ ਤੇ ਨਾ ਕੋਈ ਸਾਥੀ ਹੈ, ਤੇ ਇਕੱਲੇ ਨੂੰ ਹੀ ਜਾਣਾ ਪੈਣਾ, ਕਿਸੇ ਨੇ ਸਾਥੀ ਨਹੀਂ ਹੋਣਾ, ਕਿਸੇ ਨੇ ਸੰਗੀ ਨਹੀਂ ਹੋਣਾ। ਦੁਖੀਆ ਦਰਦਵੰਤ ਦਰ ਆਇਆ। हे ਪ੍ਰਭੂ ਮੈਂ ਦੁਖੀਆ ਦਰਦਵੰਦ ਹੋ ਕੇ ਤੇਰੇ ਦਰ ਤੇ ਆਇਆ ਹਾਂ। ਬਹੁਤ ਪਿਆਸ ਜਵਾਬ ਨਾ ਪਾਇਆ। ਭਗਤ ਰਵਿਦਾਸ ਜੀ ਕਹਿੰਦੇ हे ਪ੍ਰਭੂ ਬਹੁਤ ਪਿਆਸ ਹੈ ਤੇਰੇ ਦਰਸ਼ਨਾਂ ਦੀ, ਪਰ ਤੇਰੇ ਵੱਲੋਂ ਹਾਲੇ ਕੋਈ ਜਵਾਬ ਨਹੀਂ ਆਇਆ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ। ਭਗਤ ਰਵਿਦਾਸ ਜੀ ਕਹਿੰਦੇ हे ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਹਾਂ। ਜੋ ਜਾਨੋ ਤਿਉ ਕਰ ਗਤ ਮੇਰੀ। हे ਪ੍ਰਭੂ ਜਿਵੇਂ ਤੁਸੀਂ ਜਾਣੋ ਤਿਵੇਂ ਤੁਸੀਂ ਮੈਨੂੰ ਰੱਖ ਦਿਓ, ਮੇਰੀ ਗੱਤ ਕਰ ਦਿਓ, ਮੁਕਤੀ ਦੇ ਦਿਓ ਮਹਾਰਾਜ। ਪੁਰ ਸਲਾਤ का ਜਿਹੜਾ ਰਾਹ ਹੈ, ਪੰਥ ਹੈ, ਬੜਾ ਦੁਹੇਲਾ ਦੁਖਦਾਈ ਹੈ। हे ਪ੍ਰਭੂ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ,
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।